ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੀ। ਦਇਆ ਕਰਹੁ ਕਿਛ ਮਿਹਰ ਉਪਾਪਹੁ, ਡੁਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਪਹੁ, ਡੁਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵੱਡ ਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਪਾਂ ਇਤਿਹਾਸ ਦੀਆਂ ਇਨ੍ਹਾਂ ਘਟਨਾਵਾਂ ਨੂੰ ਵਿਚਾਰਿਆ ਸੀ। ਹੀਰਾ ਸਿਉ ਡੋਗਰਾ ਲਾਹੌਰ ਦਰਬਾਰ 'ਤੇ ਹਮਲਾ ਕਰਦਾ ਹੈ। ਲਹਿਣਾ ਸਿੰਘ ਸੰਧਾਵਾਲੀਆ ਇਸ ਜੰਗ ਦੇ ਦੌਰਾਨ ਗੋਲੀ ਲੱਗਣ ਕਰਕੇ ਮਾਰਿਆ ਜਾਂਦਾ ਹੈ। ਅਜੀਤ ਸਿੰਘ ਸੰਧਾਵਾਲੀਆ ਦੌੜਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਵੀ ਗ੍ਰਿਫਤਾਰ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ। ਹੀਰਾ ਸਿਉ ਡੋਗਰਾ ਮਹਾਰਾਜਾ ਦਲੀਪ ਸਿੰਘ ਨੂੰ ਤਖਤ 'ਤੇ ਬਿਠਾ ਕੇ ਬਾਦਸ਼ਾਹ ਐਲਾਨਦਾ ਹੈ। ਮਹਾਰਾਜਾ ਦਲੀਪ ਸਿੰਘ ਦੇ ਮੱਥੇ ਦੇ ਉੱਪਰ ਤਿਲਕ ਲਹਿਣਾ ਸਿੰਘ ਸੰਧਾਵਾਲੀਆ ਦੇ ਖੂਨ ਦਾ ਲਾਇਆ ਜਾਂਦਾ ਹੈ। ਕੁਝ ਕੁ ਸਮਾਂ ਬੀਤਣ ਤੋਂ ਬਾਅਦ ਗੁਲਾਬ ਸਿਉ ਜੋ ਇਸ ਦਾ ਰਿਸ਼ਤੇਦਾਰੀ ਦੇ ਵਿੱਚ ਤਾਇਆ ਹੈ, ਉਸ ਦੇ ਕਹਿਣ 'ਤੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਹਨ ਜੋ ਸਿਆਲਕੋਟ ਵਿੱਚ ਰਹਿੰਦੇ ਹੈ, ਕਸ਼ਮੀਰਾ ਸਿੰਘ ਅਤੇ ਪਿਸ਼ੌਰਾ ਸਿੰਘ, ਉਹਨਾਂ 'ਤੇ ਹਮਲਾ ਕੀਤਾ ਜਾਂਦਾ ਹੈ। ਉਹ ਰਾਤ ਦੇ ਹਨੇਰੇ ਦੇ ਵਿੱਚ ਆਪਣੀ ਜਾਨ ਬਚਾ ਕੇ ਕਿਲ੍ਹੇ ਨੂੰ ਛੱਡ ਕੇ ਚਲੇ ਜਾਂਦੇ ਹਨ। ਰਾਵੀ ਦਰਿਆ ਦੇ ਕਿਨਾਰੇ ਕਿਨਾਰੇ 'ਤੇ ਸਫ਼ਰ ਕਰਦੇ ਹਨ। ਕਸ਼ਮੀਰਾ ਸਿੰਘ ਦੀ ਪਤਨੀ ਦੇ ਕੋਲ ਬੱਚਾ ਹੋਣ ਵਾਲਾ ਹੁੰਦਾ ਹੈ ਅਤੇ ਉਹ ਇੱਕ ਗਰੀਬ ਬਜ਼ੁਰਗ ਮਲਾਹ ਦੀ ਝੁੱਗੀ ਦੇ ਵਿੱਚ ਕੁਝ ਸਮਾਂ ਬਤੀਤ ਕਰਦੇ ਹਨ। ਉੱਥੇ ਹੀ ਕਸ਼ਮੀਰਾ ਸਿੰਘ ਦੀ ਪਤਨੀ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ, ਪਰ ਇਸ ਦੀ ਜ਼ਿੰਦਗੀ ਇੰਨੀ ਛੋਟੀ ਹੁੰਦੀ ਹੈ, ਕੁਝ ਕੁ ਸਵਾਸ ਲੈਣ ਤੋਂ ਬਾਅਦ ਪੂਰੀ ਹੋ ਜਾਂਦੀ ਹੈ ਅਤੇ ਇੱਥੇ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਕਸ਼ਮੀਰਾ ਸਿੰਘ ਨਾਲ ਇਸ ਦੇ ਦੋ ਵਫਾਦਾਰ ਨੌਕਰ ਹਨ ਅਤੇ ਇਸ ਦੀ ਪਤਨੀ ਆਪਣਾ ਅਗਲਾ ਸਫ਼ਰ ਆਰੰਭ ਕਰਦੇ ਹਨ। ਉਹ ਬਜ਼ੁਰਗ ਮਾਤਾ, ਬਜ਼ੁਰਗ ਦੇ ਘਰ ਵਾਲੀ ਕਸ਼ਮੀਰਾ ਸਿੰਘ ਦੀ ਪਤਨੀ ਨੂੰ ਕੁਝ ਆਪਣੇ ਵੱਲੋਂ ਟਕੇ ਗਿਫਟ ਦੇ ਰੂਪ ਦੇ ਵਿੱਚ ਭੇਟਾ ਕਰਦੀ ਹੈ। ਕਸ਼ਮੀਰਾ ਸਿੰਘ ਦੇ ਨਾਲ ਇੱਥੇ ਪਿਸ਼ੌਰਾ ਸਿੰਘ ਵੀ ਸੀ, ਇਸ ਦਾ ਭਰਾ, ਪਰ ਉਹ ਇੱਥੋਂ ਇਹਨਾਂ ਤੋਂ ਵੱਖਰਾ ਹੋ ਗਿਆ। ਉਹ ਚਲਿਆ ਗਿਆ ਸੀ ਜਦੋਂ ਉਸ ਬਜ਼ੁਰਗ ਮਾਤਾ ਨੇ ਕਹਿ ਦਿੱਤਾ ਵੀ ਤੁਹਾਨੂੰ 4-5 ਦਿਨ ਰੁਕਣਾ ਪੈਣਾ ਹੈ, ਤੁਹਾਡੀ ਪਤਨੀ ਸਫ਼ਰ ਨਹੀਂ ਕਰ ਸਕਦੀ। ਪਿਸ਼ੌਰਾ ਸਿੰਘ ਨਹੀਂ ਸੀ ਰੁਕਿਆ, ਉਹ ਚਲਿਆ ਗਿਆ। ਕਸ਼ਮੀਰਾ ਸਿੰਘ ਰੁਕ ਗਿਆ ਸੀ। ਇੱਥੋਂ ਕੁ ਤੱਕ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰਨੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰਾ ਸਿੰਘ ਆਪਣੀ ਪਤਨੀ ਅਤੇ ਨੌਕਰਾਂ ਦੇ ਸਮੇਤ ਆਪਣਾ ਸਫ਼ਰ ਆਰੰਭ ਕਰਦਾ ਹੈ ਅਤੇ ਇਸ ਨੂੰ ਇਸ ਗੱਲ ਦਾ ਵੀ ਖਿਆਲ ਹੈ ਵੀ ਜਿੱਥੇ ਵੀ ਸਾਡੀ ਜਾਣ ਪਹਿਚਾਣ ਹੋ ਗਈ ਉੱਥੇ ਸਾਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸਾਨੂੰ ਹੁਣ ਕਿਸੇ ਵਧੀਆ ਜਗ੍ਹਾ 'ਤੇ ਪਹੁੰਚਣਾ ਚਾਹੀਦਾ ਹੈ ਜਿੱਥੇ ਸਾਡੀ ਮਦਦ ਕਰਨ ਵਾਲੇ ਲੋਕ ਹੋਣ। ਇਸ ਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਸਾਨੂੰ ਬਾਬਾ ਵੀਰ ਸਿੰਘ ਜੋ ਨੌਰੰਗਾਬਾਦ ਵਾਲੇ ਹਨ ਉਹਨਾਂ ਦੇ ਡੇਰੇ 'ਤੇ ਜਾਣਾ ਚਾਹੀਦਾ। ਤਰਨ ਤਾਰਨ ਤੋਂ ਜਦੋਂ ਗੋਇੰਦਵਾਲ ਨੂੰ ਜਾਈਦਾ, ਰਸਤੇ ਦੇ ਵਿੱਚ ਇਹਨਾਂ ਦਾ ਡੇਰਾ ਸੀ। ਕਸ਼ਮੀਰਾ ਸਿੰਘ ਨੇ ਸੋਚਿਆ ਵੀ ਉਸ ਬਾਬੇ ਦੇ ਡੇਰੇ 'ਤੇ ਪਹੁੰਚ ਕੇ ਕੁਝ ਸਮਾਂ ਉੱਥੇ ਰੁਕਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਪਾਸੇ ਤੋਂ ਸਾਡੀ ਮਦਦ ਹੋ ਜਾਵੇ, ਅਤੇ ਨਹੀਂ ਤਾਂ ਕੁਝ ਸਮਾਂ ਛੁਪ ਕੇ ਉੱਥੇ ਸਮਾਂ ਬਤੀਤ ਕਰਨਾ ਚਾਹੀਦਾ। ਇਹ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਕਰਕੇ ਆਪਣੀ ਪਤਨੀ ਅਤੇ ਨੌਕਰਾਂ ਦੇ ਸਮੇਤ ਬਾਬਾ ਵੀਰ ਸਿੰਘ ਦੇ ਡੇਰੇ 'ਤੇ ਪਹੁੰਚ ਜਾਂਦਾ। ਉੱਥੇ ਹੀ ਸੰਧਾਵਾਲੀਆ ਦੇ ਪਰਿਵਾਰ ਦੇ ਵਿੱਚੋਂ ਜਿਹੜਾ ਅਤਰ ਸਿੰਘ ਜਿਉਂਦਾ ਹੈ ਹਜੇ, ਉਹ ਵੀ ਇਸ ਡੇਰੇ 'ਤੇ ਰਹਿ ਰਿਹਾ ਛੁਪ ਕੇ। ਮੈਂ ਦੁਬਾਰੇ ਜ਼ਿਕਰ ਕਰ ਦਿੰਦਾ ਹਾਂ, ਜਦੋਂ ਸ਼ੇਰ ਸਿੰਘ ਨੇ ਲਾਹੌਰ ਦਰਬਾਰ 'ਤੇ ਕਬਜ਼ਾ ਕੀਤਾ ਸੀ, ਉਸ ਸਮੇਂ ਲਹਿਣਾ ਸਿੰਘ ਸੰਧਾਵਾਲੀਆ ਅਤੇ ਕਿਹਰ ਸਿੰਘ ਸੰਧਾਵਾਲੀਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਹਨਾਂ ਦੀਆਂ ਜੰਗੀਰਾਂ ਜ਼ਬਤ ਕਰ ਲਈਆਂ ਸੀ। ਅਜੀਤ ਸਿੰਘ ਸੰਧਾਵਾਲੀਆ ਅਤੇ ਅਤਰ ਸਿੰਘ ਸੰਧਾਵਾਲੀਆ ਇਹ ਦੌੜ ਕੇ ਅੰਗਰੇਜ਼ਾਂ ਕੋਲ ਲੁਧਿਆਣੇ ਚਲੇ ਗਏ ਸੀ। ਬਾਅਦ ਦੇ ਵਿੱਚ ਗਿਆਨੀ ਗੁਰਮੁਖ ਸਿੰਘ ਦੇ ਕਹਿਣ 'ਤੇ ਜਦੋਂ ਸ਼ੇਰ ਸਿੰਘ ਨੂੰ ਸਮਝਾਇਆ ਗਿਆ ਵੀ ਜੋ ਤੇਰੇ ਆਪਣੇ ਸਕੇ ਪਰਿਵਾਰ ਵਿੱਚੋਂ ਹਨ ਉਹਨਾਂ ਨੂੰ ਤੂੰ ਜਾਂ ਤਾਂ ਜੇਲ੍ਹ ਵਿੱਚ ਬੰਦ ਕਰ ਰੱਖੇ ਹੈ ਜਾਂ ਉਹ ਅੰਗਰੇਜ਼ਾਂ ਕੋਲ ਦੌੜ ਗਏ ਹੈ, ਅਤੇ ਜਿਹੜੇ 7 ਬੇਗਾਨੇ ਹਨ, ਡੋਗਰੇ ਹਨ, ਉਹਨਾਂ ਨੂੰ ਤੂੰ ਦਰਬਾਰ ਵਿੱਚ ਰੱਖੀ ਬੈਠਾ ਹੈ। ਆਪਣੇ ਪਰਿਵਾਰ ਦੇ ਮੈਂਬਰ ਨੇੜੇ ਰੱਖਣੇ ਚਾਹੀਦੇ ਹੈ। ਆਪਣਾ ਜੇਕਰ ਮਾਰੇਗਾ ਵੀ ਤਾਂ ਛਾਵੇਂ ਤਾਂ ਸੁੱਟੇਗਾ ਨਾ। ਜਦੋਂ ਇਹ ਗੱਲਾਂ ਸਮਝਾਈਆਂ ਸੀ, ਸ਼ੇਰ ਸਿੰਘ ਨੇ ਉਸ ਸਮੇਂ ਇਹਨਾਂ ਨੂੰ ਸੁਨੇਹਾ ਦੇ ਕੇ ਲੁਧਿਆਣੇ ਤੋਂ ਵਾਪਸ ਵੀ ਤੁਸੀਂ ਲਾਹੌਰ ਦਰਬਾਰ ਦੇ ਵਿੱਚ ਆ ਜਾਵੋ, ਤੁਹਾਡੀ ਇੱਜ਼ਤ ਦਾ ਖਿਆਲ ਰੱਖਿਆ ਜਾਵੇਗਾ, ਤੁਹਾਡੀਆਂ ਜੰਗੀਰਾਂ ਵਾਪਸ ਕਰ ਦਿੱਤੀਆਂ ਜਾਣਗੀਆਂ, ਤੁਹਾਨੂੰ ਵਾਪਸ ਆਉਣਾ ਚਾਹੀਦਾ। ਉਸ ਸਮੇਂ ਅਜੀਤ ਸਿੰਘ ਸੰਧਾਵਾਲੀਆ ਵਾਪਸ ਆ ਗਿਆ ਸੀ, ਅਤਰ ਸਿੰਘ ਸੰਧਾਵਾਲੀਆ ਨਹੀਂ ਸੀ ਆਇਆ। ਉਸ ਦੇ ਮਨ ਵਿੱਚ ਇਸ ਤਰ੍ਹਾਂ ਖਿਆਲ ਸੀ ਵੀ ਕਿਤੇ ਕੋਈ ਚਾਲ ਹੀ ਨਾ ਹੋਵੇ, ਸਾਨੂੰ ਉੱਥੇ ਗ੍ਰਿਫਤਾਰ ਕਰਕੇ ਕਤਲ ਹੀ ਨਾ ਕਰ ਦਿੱਤਾ ਜਾਵੇ। ਅਤੇ ਲਹਿਣਾ ਸਿੰਘ ਸੰਧਾਵਾਲੀਆ ਅਤੇ ਕਿਹਰ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਮਹਾਰਾਜਾ ਸ਼ੇਰ ਸਿੰਘ ਨੇ ਰਿਹਾ ਕਰ ਦਿੱਤਾ ਸੀ। ਪਰ ਜੋ ਆਪਾਂ ਇਤਿਹਾਸ ਦੀ ਲੜੀ ਵਿਚਾਰ ਰਹੇ ਹਾਂ, ਇੱਥੋਂ ਤੱਕ ਪਹੁੰਚਦਿਆਂ ਲਹਿਣਾ ਸਿੰਘ ਸੰਧਾਵਾਲੀਆ, ਅਜੀਤ ਸਿੰਘ ਸੰਧਾਵਾਲੀਆ, ਕਿਹਰ ਸਿੰਘ ਸੰਧਾਵਾਲੀਆ ਇਹ ਤਿੰਨੇ ਹੀ ਮਾਰੇ ਗਏ ਹਨ। ਕੇਵਲ ਸੰਧਾਵਾਲੀਏ ਪਰਿਵਾਰ ਦੇ ਵਿੱਚੋਂ ਅਤਰ ਸਿੰਘ ਜਿਉਂਦਾ ਅਤੇ ਉਹ ਇਸ ਡੇਰੇ 'ਤੇ ਛੁਪ ਕੇ ਰਹਿ ਰਿਹਾ। ਕਸ਼ਮੀਰਾ ਸਿੰਘ ਇੱਥੇ ਪਹੁੰਚਿਆ ਨੌਕਰ ਅਤੇ ਆਪਣੀ ਪਤਨੀ ਦੇ ਸਮੇਤ। ਇੱਥੇ ਇਹਨਾਂ ਦਾ ਆਪਸ ਦੇ ਵਿੱਚ ਮਿਲਾਪ ਹੋ ਗਿਆ, ਅਤੇ ਜੋ ਬਾਬਾ ਵੀਰ ਸਿੰਘ ਹੈ ਇਹ ਬਹੁਤ ਹੀ ਧਾਰਮਿਕ ਖਿਆਲਾਂ ਦਾ ਵਿਅਕਤੀ ਹੈ, ਬਹੁਤ ਵਧੀਆ ਇਨਸਾਨ ਹੈ। ਇਹਨੇ ਆਪਣੀ ਪਹਿਲੀ ਉਮਰ ਦੇ ਵਿੱਚ ਫੌਜ ਦੇ ਵਿੱਚ ਵੀ ਨੌਕਰੀ ਕੀਤੀ ਹੈ, ਅਤੇ ਇਸ ਜਗ੍ਹਾ 'ਤੇ ਇਹ ਆਪਣਾ ਡੇਰਾ ਬਣਾ ਕੇ ਬੈਠਾ ਹੋਇਆ ਹੈ ਅਤੇ ਸਿੱਖ ਸੰਗਤਾਂ ਦੀ ਸੇਵਾ ਕਰਦਾ ਆਏ ਗਿਆਂ ਦੀ। ਅਤੇ ਇੱਥੇ ਇਹਨਾਂ ਨੇ ਕੁਝ ਸਮਾਂ ਗੁਜ਼ਾਰਿਆ। ਕਸ਼ਮੀਰਾ ਸਿੰਘ, ਅਤਰ ਸਿੰਘ ਅਤੇ ਇਹਨਾਂ ਦੀ ਪਤਨੀ ਹੋ ਗਈ, ਨੌਕਰ ਹੋ ਗਏ। ਜਿੰਨਾ ਜ਼ਿਆਦਾ ਮਨੁੱਖ ਮਸ਼ਹੂਰ ਹੁੰਦਾ ਹੈ, ਜਿੰਨੀ ਜ਼ਿਆਦਾ ਉਹਦੀ ਜਾਣ ਪਹਿਚਾਣ ਹੁੰਦੀ ਹੈ, ਲੋਕ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਹੈ।
ਇਹੋ ਜਿਹੇ ਇਨਸਾਨ ਨੂੰ ਛੁਪਣਾ ਵੀ ਉਨਾ ਹੀ ਜ਼ਿਆਦਾ ਔਖਾ ਹੁੰਦਾ। ਜਿਹੜੇ ਇਨਸਾਨ ਨੂੰ ਸਾਰੀ ਦੁਨੀਆ ਜਾਣਦੀ ਹੈ, ਲੋਕ ਜਾਣਦੇ, ਉਹ ਕਿਤੇ ਵੀ ਜਾਵੇਗਾ ਉਹਨੂੰ ਪਹਿਚਾਣਿਆ ਜਾਵੇਗਾ ਵੀ ਇਹ ਫਲਾਨਾ ਹੈ। ਇੱਕ ਉਹ ਮਨੁੱਖ ਹੈ ਜਿਹਨੂੰ ਕੋਈ ਜਾਣਦੇ ਨਹੀਂ, ਉਹ ਕਿਤੇ ਵੀ ਜਾਵੇ ਕਿਸੇ ਨੂੰ ਨਹੀਂ ਪਤਾ ਚੱਲਦਾ ਵੀ ਇਹ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ, ਕੀ ਨਾਂ ਹੈ, ਕਿਵੇਂ ਆਇਆ, ਕੀ ਹਾਲਾਤ ਨੇ। ਹੁਣ ਕਸ਼ਮੀਰਾ ਸਿੰਘ ਨੂੰ ਲੋਕ ਜਾਣਦੇ ਆ ਵੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ, ਤੇ ਆਪਣੇ ਆਪ ਨੂੰ ਛੁਪਾ ਕੇ ਰੱਖਣਾ ਬਹੁਤ ਮੁਸ਼ਕਲ ਹੈ। ਪਰ ਕੁਝ ਕੁ ਸਮਾਂ ਇੱਥੇ ਗੁਜ਼ਾਰਿਆ, ਆਖਰ ਲੋਕ ਜਾਣਦੇ ਆ ਚੰਗੀ ਤਰ੍ਹਾਂ। ਕਿਵੇਂ ਨਾ ਕਿਵੇਂ ਹੀਰਾ ਸਿਉਂ ਡੋਗਰੇ ਨੂੰ ਪਤਾ ਚੱਲ ਗਿਆ ਵੀ ਕਸ਼ਮੀਰਾ ਸਿੰਘ ਬਾਬਾ ਵੀਰ ਸਿੰਘ ਦੇ ਡੇਰੇ ਤੇ ਛੁਪਿਆ ਹੋਇਆ, ਤੇ ਅਤਰ ਸਿੰਘ ਸੰਧਾਵਾਲੀਆ ਵੀ ਉੱਥੇ ਹੀ ਰਹਿ ਰਿਹਾ। ਹੀਰਾ ਸਿਉਂ ਡੋਗਰੇ ਨੂੰ ਜਦੋਂ ਪਤਾ ਚੱਲਿਆ ਵੀ ਉੱਥੇ ਰਹਿ ਰਹੇ ਹੈ, ਮਈ ਮਹੀਨਾ 1844 ਈਸਵੀ ਇਹ ਸੰਨ ਚੱਲ ਰਿਹਾ ਹੈ, ਧਿਆਨ ਸਿਉਂ ਡੋਗਰੇ ਨੇ ਲਾਲ ਸਿਉਂ ਅਤੇ ਸੋਹਣ ਸਿਉਂ ਇਹ ਦੋ ਵਿਅਕਤੀਆਂ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡੀ ਫੌਜ ਭੇਜੀ। ਲਾਲ ਸਿਉਂ ਅਤੇ ਸੋਹਣ ਸਿਉਂ ਨੂੰ ਗੱਲ ਸਮਝਾਈ ਵੀ ਜਾ ਕੇ ਤੁਸੀਂ ਹਮਲਾ ਨਹੀਂ ਕਰਨਾ, ਪਹਿਲਾਂ ਬਾਬਾ ਵੀਰ ਸਿਉਂ ਜੋ ਵੀਰ ਸਿੰਘ ਹੈ, ਬਾਬਾ ਵੀਰ ਸਿੰਘ ਦੇ ਨਾਲ ਗੱਲ ਕਰਨੀ ਹੈ ਸ਼ਾਂਤਮਈ ਤਰੀਕੇ ਦੇ ਨਾਲ ਵੀ ਤੁਸੀਂ ਕਸ਼ਮੀਰਾ ਸਿੰਘ, ਉਹਦਾ ਪਰਿਵਾਰ ਤੇ ਅਤਰ ਸਿੰਘ ਨੂੰ ਗ੍ਰਿਫਤਾਰ ਕਰਵਾ ਦੇਵੋ, ਤੁਹਾਡੇ ਡੇਰੇ ਤੇ ਕੋਈ ਹਮਲਾ ਨਹੀਂ ਕੀਤਾ ਜਾਣਾ, ਅਤੇ ਜੇਕਰ ਉਹ ਨਾ ਮੰਨਿਆ ਫਿਰ ਗ੍ਰਿਫਤਾਰ ਕਰਕੇ ਲੈ ਕੇ ਆਉਣੇ ਹੈ, ਹਮਲਾ ਵੀ ਕਰਨਾ ਹੈ। ਹਮਲੇ ਦੇ ਦੌਰਾਨ ਜੇਕਰ ਕਿਸੇ ਦਾ ਵੀ ਕਤਲ ਕਰਨਾ ਪਿਆ ਕਤਲ ਕਰਿਓ। ਕਸ਼ਮੀਰਾ ਸਿੰਘ ਅਤੇ ਅਤਰ ਸਿੰਘ ਦਾ ਮੈਨੂੰ ਸਿਰ ਚਾਹੀਦਾ ਇੱਥੇ, ਭਾਵੇਂ ਜਿਉਂਦੇ ਗ੍ਰਿਫਤਾਰ ਕਰਕੇ ਲਿਆਓ, ਭਾਵੇਂ ਉਹਨਾਂ ਦੇ ਸਿਰ ਵੱਢ ਕੇ ਲੈ ਕੇ ਆਓ। ਇਹ ਹਦਾਇਤ ਦੇ ਕੇ ਲਾਲ ਸਿਉਂ ਅਤੇ ਸੋਹਣ ਸਿਉਂ ਅਤੇ ਇਹਨਾਂ ਦੇ ਨਾਲ ਇੱਕ ਬਹੁਤ ਵੱਡੀ ਫੌਜ, ਇਹ ਉਪਰਾਲਾ ਕਰਕੇ ਇਹਨਾਂ ਨੂੰ ਭੇਜ ਦਿੱਤਾ ਗਿਆ। ਉਹ ਵੀਰ ਸਿਉਂ ਦੇ ਡੇਰੇ ਤੇ ਪਹੁੰਚਦੇ ਹੈ, ਬਾਬਾ ਵੀਰ ਸਿੰਘ ਦੇ ਡੇਰੇ ਤੇ ਆਏ। ਉਹਨਾਂ ਨੇ ਆਪਣੀ ਫੌਜ ਪਿਛਾਂਹ ਰੋਕ ਦਿੱਤੀ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ। ਉਹ ਸ਼ਾਂਤਮਈ ਤਰੀਕੇ ਦੇ ਨਾਲ ਡੇਰੇ ਦੇ ਅੰਦਰ ਗਏ ਤੇ ਬਾਬਾ ਵੀਰ ਸਿੰਘ ਨੂੰ ਜਾ ਕੇ ਮਿਲੇ ਤੇ ਉਹਨਾਂ ਨੂੰ ਕਹਿਆ ਵੀ ਅਸੀਂ ਧਿਆਨ ਸਿਉਂ ਡੋਗਰੇ ਵੱਲੋਂ ਭੇਜੇ ਗਏ ਹੈ, ਲਾਹੌਰ ਦਰਬਾਰ ਤੋਂ ਆਏ ਹੈ, ਮਹਾਰਾਜਾ ਦਲੀਪ ਸਿੰਘ ਤਖਤ ਤੇ ਬੈਠਾ ਹੋਇਆ, ਅਸੀਂ ਉੱਥੋਂ ਦੀ ਫੌਜ ਦੇ ਆਗੂ ਹਾਂ, ਤੇ ਇੱਥੇ ਅਸੀਂ ਜਿਹੜੇ ਸਰਕਾਰ ਦੇ ਬਾਗੀ ਨੇ ਕਸ਼ਮੀਰਾ ਸਿੰਘ ਤੇ ਅਤਰ ਸਿੰਘ, ਉਹਨਾਂ ਨੂੰ ਗ੍ਰਿਫਤਾਰ ਕਰਨ ਆਏ ਹੈ, ਤੇ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਕਸ਼ਮੀਰਾ ਸਿੰਘ ਤੇ ਅਤਰ ਸਿੰਘ ਨੂੰ ਗ੍ਰਿਫਤਾਰ ਕਰਵਾ ਦੇਵੋ, ਉਹ ਤੁਹਾਡੇ ਕੋਲ ਨੇ, ਸਾਨੂੰ ਪਤਾ ਲੱਗਿਆ ਵੀ ਉਹ ਤੁਹਾਡੇ ਡੇਰੇ ਵਿੱਚ ਰਹਿ ਰਹੇ ਆ ਤੇ ਤੁਹਾਡੇ ਕੋਲ ਹੈ, ਉਹ ਸਰਕਾਰ ਦੇ ਬਾਗੀ ਹੈ, ਉਹਨਾਂ ਨੂੰ ਗ੍ਰਿਫਤਾਰ ਕਰਵਾਵੋ। ਬਾਬਾ ਵੀਰ ਸਿੰਘ ਉਹਨਾਂ ਨੂੰ ਕਹਿੰਦਾ ਵੀ ਇਹ ਗੱਲ ਨਾ ਤੁਹਾਡੇ ਮੂੰਹੋਂ ਫੱਬਦੀ ਨਹੀਂ ਵੀ ਉਹ ਸਰਕਾਰ ਦੇ ਬਾਗੀ ਨੇ। ਜਿਹੜੇ ਇਨਸਾਨ ਸਰਕਾਰ ਦੇ ਵਫਾਦਾਰ ਨੇ ਉਹਨਾਂ ਨੂੰ ਤੁਸੀਂ ਬਾਗੀ ਕਹਿ ਰਹੇ ਹੋ, ਤੇ ਤੁਸੀਂ ਅਤੇ ਤੁਹਾਡਾ ਧਿਆਨ ਸਿਉਂ ਡੋਗਰਾ, ਤੁਸੀਂ ਲਾਹੌਰ ਦਰਬਾਰ ਦੇ ਬਾਗੀ ਹੋ, ਗਦਾਰ ਹੋ, ਤੇ ਤੁਸੀਂ ਆਪਣੇ ਆਪ ਨੂੰ ਵਫਾਦਾਰ ਮੰਨੀ ਬੈਠੇ ਹੋ। ਲਾਹੌਰ ਦਰਬਾਰ ਦਾ ਵਫਾਦਾਰ ਕੌਣ ਹੈ? ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਜਾਂ ਤੁਸੀਂ? ਇਹ ਗੱਲ ਤੁਹਾਡੇ ਮੂੰਹੋਂ ਫੱਬਦੀ ਨਹੀਂ ਵੀ ਤੁਸੀਂ ਆਪਣੇ ਆਪ ਨੂੰ ਵਫਾਦਾਰ ਕਹੀ ਜਾਂਦੇ ਹੋ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਤੁਸੀਂ ਬਾਗੀ ਸਮਝਿਆ ਹੋਇਆ। ਤੇ ਬਾਬਾ ਵੀਰ ਸਿੰਘ ਕਹਿੰਦਾ ਵੀ ਅਸੀਂ ਗ੍ਰਿਫਤਾਰ ਨਹੀਂ ਕਰਵਾਵਾਂਗੇ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਗ੍ਰਿਫਤਾਰ ਨਹੀਂ ਕਰਵਾਵੋਗੇ ਤਾਂ ਅਸੀਂ ਹਮਲਾ ਕਰਾਂਗੇ, ਕਤਲੋ ਗਾਰਤ ਹੋਵੇਗੀ। ਬਾਬਾ ਵੀਰ ਸਿੰਘ ਕਹਿੰਦਾ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਹਰ ਬਿਰਧ ਸੁਆਮੀ ਸੰਦਾ,
ਇਸ ਧਾਰਮਿਕ ਅਸਥਾਨ ਤੇ ਕੋਈ ਵੀ ਆ ਜਾਵੇ, ਜੇਕਰ ਉਹ ਨੇਕ ਹੈਗਾ, ਚੰਗਾ ਇਨਸਾਨ ਹੈ, ਉਹਦੀ ਮਦਦ ਕੀਤੀ ਜਾਂਦੀ ਹੈ, ਨਾ ਕਿ ਅਸੀਂ ਆਪਣੀ ਜਾਨ ਬਚਾਉਣ ਦੀ ਖਾਤਰ ਅਗਲੇ ਦੀ ਜਾਨ ਜੋਖਮ ਦੇ ਵਿੱਚ ਪਾਈਏ। ਅਸੀਂ ਗ੍ਰਿਫਤਾਰ ਨਹੀਂ ਕਰਵਾਉਣਾ, ਤੁਸੀਂ ਜੋ ਕੁਝ ਕਰਨਾ ਕਰ ਸਕਦੇ ਹੋ। ਇਹ ਲਾਲ ਸਿਉਂ ਤੇ ਸੋਹਣ ਸਿਉਂ ਵਾਪਸ ਆਏ ਜਦੋਂ ਵਿਚਾਰਾਂ ਦੇ ਨਾਲ ਗੱਲ ਨਾ ਬਣੀ, ਸ਼ਾਂਤਮਈ ਤਰੀਕੇ ਦੇ ਨਾਲ ਇਹ ਵਾਪਸ ਮੁੜੇ ਆਏ ਤੇ ਇਹਨਾਂ ਨੇ ਦੂਸਰੇ ਦਿਨ ਆਪਣੇ ਤੌਰ ਤੇ ਪੂਰਾ ਪ੍ਰਬੰਧ ਕਰਕੇ ਹਮਲਾ ਕਰ ਦਿੱਤਾ ਡੇਰੇ ਦੇ ਉੱਪਰ। ਦੋਵਾਂ ਤਰਫਾਂ ਤੋਂ ਗੋਲੀਆਂ ਚੱਲੀਆਂ, ਲੜਾਈ ਹੋਈ। ਆਤਰ ਸਿੰਘ, ਕਸ਼ਮੀਰਾ ਸਿੰਘ ਅਤੇ ਹੋਰ ਜੋ ਉੱਥੇ ਸੇਵਾਦਾਰ ਸਨ, ਆਪਣੇ ਵੱਲੋਂ ਕੋਸ਼ਿਸ਼ ਕੀਤੀ ਗਈ, ਹਮਲੇ ਦਾ ਜਵਾਬ ਦਿੱਤਾ ਗਿਆ। ਇਹ ਆਪਣੀ ਪੂਰੀ ਤਿਆਰੀ ਕਰਕੇ ਆਏ ਹੈ, ਇਹ ਤੋਪ ਵੀ ਲੈ ਕੇ ਆਏ ਹੈ ਨਾਲ। ਇਹਨਾਂ ਨੇ ਇੱਕ ਤੋਪ ਤੋਂ ਗੋਲਾ ਦਾਗਿਆ, ਜਿਹੜਾ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਲੱਗਿਆ, ਜਿਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਹੈ ਉਹ ਵੀ, ਉਸ ਦੀ ਵੀ ਬੇਅਦਬੀ ਹੋ ਗਈ। ਤੇ ਬਾਬਾ ਵੀਰ ਸਿੰਘ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ ਉਸ ਸਮੇਂ। ਇਹਨਾਂ ਦਾ ਵੀ ਇੱਕ ਜੋ ਲੱਤ ਹੈਗੀ ਉਹ ਇਸ ਹਮਲੇ ਦੇ ਦੌਰਾਨ ਉੱਡ ਗਈ ਜਦੋਂ ਗੋਲਾ ਲੱਗਿਆ। ਲਾਲ ਸਿਉਂ ਤੇ ਸੋਹਣ ਸਿਉਂ ਜੋ ਇਹਦੀ ਫੌਜ ਹੈ, ਇਹਦੀ ਤਾਕਤ ਜ਼ਿਆਦਾ ਹੈ, ਅੰਦਰ ਇੰਨੀ ਜ਼ਿਆਦਾ ਤਾਕਤ ਨਹੀਂ ਹੈ, ਉਹਨਾਂ ਵੱਲੋਂ ਤਾਂ ਕੋਈ ਤਿਆਰੀ ਨਹੀਂ। ਕੁਝ ਕੁ ਸਮਾਂ ਇੱਕ ਦੂਸਰੇ ਦੇ ਵੱਲ ਗੋਲੀਆਂ ਚਲਾਈਆਂ ਗਈਆਂ। ਆਖਰ ਆਤਰ ਸਿੰਘ ਅਤੇ ਕਸ਼ਮੀਰਾ ਸਿੰਘ ਇੱਥੇ ਮਾਰੇ ਗਏ, ਗੋਲੀਆਂ ਦੀ ਲਪੇਟ ਦੇ ਵਿੱਚ ਆ ਗਏ, ਮਾਰੇ ਗਏ। ਲਾਲ ਸਿਉਂ ਤੇ ਸੋਹਣ ਸਿਉਂ ਨੇ ਕੀ ਕੀਤਾ, ਇਹਨਾਂ ਮਰੇ ਹੋਇਆਂ ਦਾ ਦੋਵਾਂ ਦੇ ਸਿਰ ਵੱਢ ਲਏ ਤੇ ਲਾਹੌਰ ਦਰਬਾਰ ਲੈ ਗਏ। ਕਸ਼ਮੀਰਾ ਸਿੰਘ ਵੀ ਮਾਰਿਆ ਗਿਆ ਤੇ ਆਤਰ ਸਿੰਘ ਵੀ ਮਾਰਿਆ ਗਿਆ। ਸੰਧਾਵਾਲੀਆ ਪਰਿਵਾਰ ਦੇ ਸਾਰੇ ਮੈਂਬਰ ਮਾਰੇ ਗਏ। ਇਹ ਚਾਰ ਹੀ ਮੈਂਬਰ ਸਨ ਜਿਹੜੇ ਇੱਥੇ ਦਖਲ ਅੰਦਾਜ਼ੀ ਕਰ ਰਹੇ ਸਨ ਜਾਂ ਇੱਥੇ ਆਪਣੇ ਵੱਲੋਂ ਸੇਵਾਵਾਂ ਨਿਭਾ ਰਹੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾਹੌਰ ਦਰਬਾਰ ਦਾ ਤਖਤ ਬਚਾਇਆ ਜਾ ਸਕੇ, ਪਰ ਇਹ ਮਾਰੇ ਗਏ। ਮਹਾਰਾਜਾ ਦਲੀਪ ਸਿੰਘ, ਇਹ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ, ਇਹ ਮਾਸੂਮ ਬੱਚਾ ਹੈ, ਇਹ ਕੁਝ ਵੀ ਨਹੀਂ ਕਰ ਸਕਦਾ, 5 ਸਾਲ ਦਾ ਬੱਚਾ ਹੈ, ਇਹ ਕੀ ਕਰੇਗਾ। ਧਿਆਨ ਸਿੰਘ ਡੋਗਰੇ ਨੇ ਸੋਚਿਆ ਹੁਣ ਆਪਣਾ ਰਾਜ ਕਾਇਮ ਹੈ, ਹੁਣ ਆਪਾਂ ਆਪਣੇ ਚੰਮ ਦੀਆਂ ਚਲਾਵਾਂ, ਜਿਵੇਂ ਚਾਹਾਂਗੇ ਉਵੇਂ ਕਰਾਂਗੇ। ਤੇ ਇਸ ਦਾ ਸਲਾਹਕਾਰ ਹੈ ਜਿਹੜਾ ਉਹ ਹੈ ਪੰਡਿਤ ਜ਼ਿਲ੍ਹਾ। ਇਹ ਬਹੁਤ ਸੂਝਵਾਨ ਹੈ, ਆਪਣੇ ਵੱਲੋਂ ਰਾਜਨੀਤਿਕਵਾਨ ਹੈ। ਇਹ ਇਹਦਾ ਸਲਾਹਕਾਰ ਹੈ ਤੇ ਖਜ਼ਾਨਾ ਮੰਤਰੀ ਵੀ ਹੈ। ਇਹ ਦੋਵੇਂ ਅਹੁਦੇ ਇਹਦੇ ਕੋਲ ਨੇ। ਮਹਾਰਾਜਾ ਦਲੀਪ ਸਿੰਘ ਲਾਹੌਰ ਦਰਬਾਰ ਜਾਂ ਸਿੱਖ ਰਾਜ ਦਾ ਬਾਦਸ਼ਾਹ, ਮਹਾਰਾਣੀ ਜਿੰਦ ਕੌਰ ਸਰਪ੍ਰਸਤ ਹੈ ਤੇ ਧਿਆਨ ਸਿੰਘ ਡੋਗਰਾ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਹੈ ਤੇ ਪੰਡਿਤ ਜ਼ਿਲ੍ਹਾ ਇਹਦਾ ਸਲਾਹਕਾਰ ਤੇ ਖਜ਼ਾਨਾ ਮੰਤਰੀ ਹੈ। ਇਸ ਤਰ੍ਹਾਂ ਇਹ ਆਪਣਾ ਰਾਜ ਇਹਨਾਂ ਨੇ ਚਲਾਉਣਾ ਸ਼ੁਰੂ ਕਰ ਦਿੱਤਾ। ਆਪਣੇ ਮਨ ਆਏ ਫੈਸਲੇ ਕਰਦੇ ਆ। ਹੁਣ ਕੋਈ ਵਿਰੋਧੀ ਤਾਂ ਹੈ ਹੀ ਨਹੀਂ ਵੀ ਜਿਹੜਾ ਇਹਨਾਂ ਦਾ ਵਿਰੋਧ ਕਰੇ। ਇਸ ਤਰੀਕੇ ਦੇ ਨਾਲ ਕੁਝ ਕੁ ਸਮਾਂ ਬਤੀਤ ਹੋਇਆ, 5-7 ਮਹੀਨੇ ਲੰਘੇ, ਮਈ ਤੋਂ ਲੈ ਕੇ ਦਸੰਬਰ ਤੱਕ। ਇੱਕ ਦਿਨ ਕੀ ਹੋਇਆ, ਮਹਾਰਾਣੀ ਜਿੰਦ ਕੌਰ ਉਹਨੇ ਆਪਣੇ ਵੱਲੋਂ ਗਰੀਬਾਂ ਨੂੰ ਕੁਝ ਦਾਨ ਦਿੱਤਾ, ਕੁਝ ਕੱਪੜੇ ਵੰਡੇ, ਗਰੀਬਾਂ ਦੀ ਮਦਦ ਕੀਤੀ। ਲਾਹੌਰ ਦਰਬਾਰ ਦੇ ਵਿੱਚ ਬੁਲਾ ਕੇ ਆਪਣੇ ਵੱਲੋਂ ਦਾਨ ਪੁੰਨ ਕੀਤਾ ਤੇ ਉਸਨੇ ਕੀ ਕੀਤਾ, ਜਿੰਨਾ ਖਰਚਾ ਆਇਆ ਸੀ, ਜੋ ਦਾਨ ਪੁੰਨ ਕੀਤਾ, ਜਿੰਨੇ ਰੁਪਈਏ, ਜੋ ਵੀ ਕੱਪੜੇ, ਉਹ ਸਾਰੇ ਦਾ ਇੱਕ ਬਿੱਲ ਬਣਾ ਕੇ 5000 ਰੁਪਈਏ ਦਾ ਖਜ਼ਾਨਾ ਮੰਤਰੀ ਦੇ ਕੋਲ ਭੇਜ ਦਿੱਤਾ। ਪੰਡਿਤ ਜ਼ਿਲ੍ਹੇ ਦੇ ਕੋਲ ਵੀ ਇੰਨੇ ਰੁਪਈਏ ਖਰਚ ਹੋ ਗਏ, ਸਾਨੂੰ ਦਿੱਤੇ ਜਾਣ। ਪੰਡਿਤ ਜ਼ਿਲ੍ਹਾ ਮਹਾਰਾਣੀ ਜਿੰਦ ਕੌਰ ਨੂੰ ਆ ਕੇ ਕਹਿੰਦਾ
ਵੀ ਅਸੀਂ ਇਹ ਰੁਪਈਏ ਨਹੀਂ ਤੁਹਾਨੂੰ ਦੇ ਸਕਦੇ ਖਜ਼ਾਨੇ ਦੇ ਵਿੱਚੋਂ, ਇਹ ਤੁਸੀਂ ਆਪਣੇ ਤੌਰ ਤੇ ਗਰੀਬਾਂ ਨੂੰ ਦਾਨ ਪੁੰਨ ਕੀਤੇ ਆ, ਨਾ ਕਰਦੇ। ਅਸੀਂ ਕਿਹੜਾ ਕਹਿਆ ਸੀ? ਲੋੜ ਕੀ ਹੈ ਕਿਸੇ ਨੂੰ ਇਸ ਤਰ੍ਹਾਂ ਰੁਪਈਏ ਵੰਡਣ ਦੀ, ਕਿਸੇ ਦੀ ਮਦਦ ਕਰਨ ਦੀ? ਅੱਗੇ ਤੋਂ ਆਪਣਾ ਧਿਆਨ ਰੱਖਿਓ, ਕਿਸੇ ਨੂੰ ਦਾਨ ਪੁੰਨ ਕੋਈ ਨਹੀਂ ਕਰਨਾ। ਇਸ ਤਰੀਕੇ ਦੇ ਨਾਲ ਤੁਸੀਂ ਲਾਹੌਰ ਦਰਬਾਰ ਦਾ ਖਜ਼ਾਨਾ ਨਹੀਂ ਵਰਤ ਸਕਦੇ। ਤੇ ਇਹ ਪੰਡਤ ਜ਼ਿਲ੍ਹੇ ਨੇ ਕੀ ਕੀਤਾ, ਉਹ ਜਿਹੜਾ 5000 ਦਾ ਬਿੱਲ ਸੀ ਉਹਦੇ ਵਿੱਚੋਂ ਸਿਰਫ 200 ਰੁਪਈਆ ਪਾਸ ਕਰਕੇ 200 ਰੁਪਈਆ ਮਹਾਰਾਣੀ ਜਿੰਦ ਕੌਰ ਨੂੰ ਦਿੱਤਾ ਗਿਆ ਵੀ ਇਸ ਵਾਰ ਤਾਂ ਅਸੀਂ 200 ਰੁਪਈਆ ਦੇ ਰਹੇ ਹਾਂ, ਅਗਲੀ ਵਾਰ ਨਹੀਂ ਮਿਲੇਗਾ ਜੇ ਤੁਸੀਂ 4 ਮਹੀਨਿਆਂ ਨੂੰ ਫੇਰ ਦਾਨ ਪੁੰਨ ਕਰਨ ਬੈਠ ਗਏ। ਮਹਾਰਾਣੀ ਜਿੰਦ ਕੌਰ ਸੋਚਦੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਕੇ ਵੀ ਮਹਾਰਾਜਾ ਰਣਜੀਤ ਸਿੰਘ ਤੁਹਾਨੂੰ ਕੇਵਲ ਇਹਨਾਂ ਨੇ ਇੱਕ ਵਾਰ ਨਹੀਂ ਮਾਰਿਆ, ਤੁਹਾਨੂੰ ਹਰ ਰੋਜ਼ ਕੋਹ ਕੇ ਮਾਰ ਰਹੇ ਹੈ, ਤੁਹਾਡਾ ਸਾਰਾ ਪਰਿਵਾਰ ਖਤਮ ਕੀਤਾ, ਸੰਧਾਵਾਲੀਆ ਪਰਿਵਾਰ ਖਤਮ ਕਰ ਦਿੱਤਾ। ਕਿਹੜੇ ਲੋਕਾਂ ਨੇ? ਜਿਹੜੇ ਲੋਕ ਅਸੀਂ ਟਕੇ ਤੇ ਰੱਖੇ ਸੀ, ਤੇ ਅਸੀਂ ਖੁਦ ਲਾਹੌਰ ਦਰਬਾਰ ਦੇ ਮਾਲਕ ਹਾਂ, ਸਿੱਖ ਰਾਜ ਦੇ ਬਾਦਸ਼ਾਹ ਹਾਂ, ਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਵੀ ਸਾਡੀ ਹਾਲਤ ਭਿਖਾਰੀਆਂ ਤੋਂ ਵੀ ਮਾੜੀ ਹੈ। ਹੁਣ ਖਜ਼ਾਨਾ ਸਾਡਾ ਹੈ, ਇਹ ਤਾਂ ਕੋਈ ਹੱਕਦਾਰ ਨਹੀਂ ਹਨ, ਪਰ ਫਿਰ ਵੀ ਹਾਲਾਤ ਇਸ ਤਰ੍ਹਾਂ ਦੇ ਆ ਵੀ ਇਹ ਸਾਨੂੰ ਸਮਝਾ ਰਹੇ ਆ ਵੀ ਸਰਕਾਰੀ ਖਜ਼ਾਨਾ ਤੁਸੀਂ ਕਿਵੇਂ ਵਰਤਣਾ, ਇਹ ਸਾਡੇ ਨੌਕਰ ਹੈ, ਅਸੀਂ ਮਾਲਕ ਹੈ। ਕਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਐ, ਇਹ ਮਨ ਹੀ ਮਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੋਈ। ਤੇ ਮਹਾਰਾਣੀ ਜਿੰਦ ਕੌਰ ਨੇ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਨਾ ਸਿੱਖ ਸਰਦਾਰ ਆਪਣੇ ਕੋਲ ਬੁਲਾਏ। ਜੋ ਸਿੱਖ ਸਰਦਾਰ ਹਨ ਫੌਜ ਦੇ ਵਿੱਚ, ਜਿਹੜੇ ਸਮਝਦਾਰ ਆਗੂ ਹਨ, ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੱਕ ਗੱਲ ਕਹੀ ਵੀ ਬਾਕੀ ਪਰਿਵਾਰ ਦੇ ਮੈਂਬਰ ਤਾਂ ਨਾ ਤਲਵਾਰ ਦੇ ਨਾਲ ਖਤਮ ਕਰ ਦਿੱਤੇ ਐ, ਪਰ ਮੇਰਾ ਪੁੱਤਰ ਮਹਾਰਾਜਾ ਦਲੀਪ ਸਿੰਘ ਤੇ ਮੈਂ ਖੁਦ ਮਹਾਰਾਣੀ ਜਿੰਦ ਕੌਰ, ਸਾਡੇ ਲਈ ਕੋਈ ਤਲਵਾਰ ਹੀ ਨਹੀਂ ਹੈ ਜਿਹੜੀ ਸਾਨੂੰ ਇੱਕ ਵਾਰੀ 'ਚ ਖਤਮ ਕਰ ਦੇਵੇ। ਤੇ ਸਿੱਖ ਆਗੂਆਂ ਨੂੰ ਕਹਿਣ ਲੱਗੀ ਵੀ ਤੁਸੀਂ ਉਪਰਾਲਾ ਕਰੋ, ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢੋ, ਮੈਨੂੰ ਅਤੇ ਮੇਰੇ ਪੁੱਤਰ ਦਾ ਕਤਲ ਕਰੋ। ਵੀ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਦੇ ਨਾਲੋਂ ਤਾਂ ਇੱਕ ਵਾਰੀ ਤਲਵਾਰ ਦੇ ਨਾਲ ਖਤਮ ਹੋ ਜਾਣਾ ਬਿਹਤਰ ਹੈ। ਤੇ ਇਸ ਨੇ ਕਹਿਆ ਵੀ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਮੇਰੀ ਮਦਦ ਕਰੋ। ਮੈਂ ਇਸ ਤਰੀਕੇ ਦੇ ਨਾਲ ਰੋਜ਼ ਜਲੀਲ ਨਹੀਂ ਹੋਣਾ ਚਾਹੁੰਦੀ ਵੀ ਹਰ ਰੋਜ਼ ਜਲੀਲ ਹੋਈ ਜਾਵਾਂ। ਹੀਰਾ ਸਿੰਘ ਡੋਗਰੇ ਦੇ ਵੱਲੋਂ ਉਹਦਾ ਇੱਕ ਸਲਾਹਕਾਰ ਹੈ ਪੰਡਤ ਜ਼ਿਲ੍ਹਾ, ਵੀ ਜਿਹੜੇ ਬੰਦੇ ਅਸੀਂ ਕਿਸੇ ਸਮੇਂ ਟਕੇ ਤੇ ਭਰਤੀ ਕੀਤੇ ਅੱਜ ਉਹ ਸਾਡੇ ਸਿਰਾਂ ਤੇ ਬੈਠੇ ਆ, ਜਾਂ ਤਾਂ ਤੁਸੀਂ ਹੈਲਪ ਕਰੋ, ਮਦਦ ਕਰੋ, ਤੇ ਜਾਂ ਫਿਰ ਸਾਨੂੰ ਦੋਵਾਂ ਨੂੰ, ਮਾਂ ਅਤੇ ਪੁੱਤਰ ਨੂੰ ਤਲਵਾਰ ਦੇ ਨਾਲ ਖਤਮ ਕਰ ਦਿਓ। ਮਹਾਰਾਣੀ ਜਿੰਦ ਕੌਰ ਹੈ, ਇਹਦੀ ਉਮਰ ਬਹੁਤ ਛੋਟੀ ਹੈ ਜਦੋਂ ਇਹ ਗੱਲ ਕਰ ਰਹੀ ਹੈ। ਹੁਣ ਇਹਦਾ ਪੁੱਤਰ 5 ਸਾਲ ਦਾ ਹੈ, ਕਿੰਨੀ ਕੁ ਏਜ ਹੋਵੇਗੀ ਅਸੀਂ ਜੇ ਅੰਦਾਜ਼ਾ ਵੀ ਲਾਈਏ। ਤੇ ਕਿਰਦਾਰ ਦੇ ਪੱਖ ਤੋਂ ਇਹ ਇੰਨੀ ਜ਼ਿਆਦਾ ਚੰਗੀ ਔਰਤ ਸੀ, ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨੇੜੇ, ਤੇ ਵੱਡੀ ਉਮਰ ਦੇ ਜਿਹੜੇ ਸਿੱਖ ਸਰਦਾਰ ਆਗੂ ਸਨ ਉਹ ਵੀ ਇਸ ਨੂੰ ਰਾਜ ਮਾਤਾ ਕਹਿ ਕੇ ਬੁਲਾਉਂਦੇ ਸੀ। ਇੰਨੀ ਜ਼ਿਆਦਾ ਕਿਰਦਾਰ ਦੀ ਉੱਚੀ ਸੁੱਚੀ ਔਰਤ। ਤੇ ਇਹਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਸਿੱਖ ਸਰਦਾਰ ਕਹਿੰਦੇ ਵੀ ਅਸੀਂ ਤੁਹਾਡੀ ਮਦਦ ਕਰਾਂਗੇ, ਦੱਸੋ ਕੀ ਕਰਨਾ। ਅਸੀਂ ਤੁਹਾਨੂੰ ਤਲਵਾਰ ਦੇ ਨਾਲ ਖਤਮ ਨਹੀਂ ਕਰਨਾ, ਤੁਸੀਂ ਜੋ ਹੁਕਮ ਕਰੋਗੇ ਅਸੀਂ ਉਸੇ ਤਰ੍ਹਾਂ ਕਰਾਂਗੇ। ਤੇ ਮਹਾਰਾਣੀ ਜਿੰਦ ਕੌਰ ਨੇ ਫਿਰ ਕਹਿਆ ਹੀਰਾ ਸਿੰਘ ਡੋਗਰਾ ਅਤੇ ਉਸ ਦਾ ਸਲਾਹਕਾਰ ਪੰਡਤ ਜ਼ਿਲ੍ਹਾ ਆਪਾਂ ਨੂੰ ਲਾਹੌਰ ਦਰਬਾਰ ਤੋਂ ਬਾਹਰ ਕਰਨੇ ਪੈਣਗੇ। ਮੈਂ ਖੁਦ ਸਰਪ੍ਰਸਤ ਹਾਂ, ਮੇਰਾ ਪੁੱਤਰ ਬਾਦਸ਼ਾਹ ਹੈ, ਤੇ ਤੁਸੀਂ ਸਿੱਖ ਸਰਦਾਰ ਆਗੂ ਹੋ, ਤੁਸੀਂ ਹੀ ਇਸ ਸਿੱਖ ਰਾਜ ਨੂੰ ਬਣਾਇਆ ਹੋਇਆ, ਆਪਾਂ ਖੁਦ ਰਲ ਕੇ ਰਾਜ ਕਰਾਂਗੇ, ਰਾਜ ਪ੍ਰਬੰਧ ਕਰਾਂਗੇ। ਤੇ ਉਹ ਆਪਣੀਆਂ ਮਨ ਆਈਆਂ ਕਰ ਰਹੇ ਹੈ।
ਇਹ ਸਿੱਖ ਸਰਦਾਰ ਕਹਿੰਦੇ ਵੀ ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਕਰਦੇ ਐ। ਤੇ ਇਹਨਾਂ ਨੇ ਸੋਚਿਆ ਵੀ ਜੇ ਆਪਾਂ ਪ੍ਰਗਟ ਰੂਪ ਦੇ ਵਿੱਚ ਕੋਈ ਕਦਮ ਚੁੱਕਦੇ ਆ ਤੇ ਧਿਆਨ ਸਿਓ ਡੋਗਰਾ ਸੁਚੇਤ ਹੋ ਜਾਣਾ। ਆਪਾਂ ਨੂੰ ਅੰਦਰ ਖਾਤੇ ਹੀ ਕੋਈ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ। ਹੀਰਾ ਸਿਉ ਡੋਗਰਾ ਅਤੇ ਉਹਦੇ ਸਲਾਹਕਾਰ ਨੂੰ ਕਿਸੇ ਤਰੀਕੇ ਨਾਲ ਲਾਹੌਰ ਦਰਬਾਰ ਦੇ ਵਿੱਚੋਂ ਬਾਹਰ ਕਰੀਏ, ਤੇ ਬਾਹਰ ਕਰਨ ਦਾ ਤਰੀਕਾ ਇੱਕੋ ਹੀ ਹੈ ਵੀ ਉਹਨਾਂ ਦਾ ਕਤਲ ਕੀਤਾ ਜਾਵੇ, ਉਂਝ ਤਾਂ ਜਾਣੇ ਕੋਈ ਨਹੀਂ। ਇਹ ਸਿੱਖ ਸਰਦਾਰਾਂ ਨੇ ਅੰਦਰ ਖਾਤੇ ਆਪਣੇ ਵੱਲੋਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ ਕਿ ਕਿਸੇ ਤਰੀਕੇ ਨਾਲ ਕਤਲ ਕੀਤਾ ਜਾਵੇ। ਹੀਰਾ ਸਿਉ ਡੋਗਰਾ ਬਹੁਤ ਹੁਸ਼ਿਆਰ ਹੈ, ਧਿਆਨ ਸਿਉ ਡੋਗਰੇ ਦਾ ਪੁੱਤਰ ਹੈ ਉਹ। ਉਸ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਵੀ ਜੋ ਸਿੱਖ ਸਰਦਾਰ ਹੈ ਨਾ, ਫੌਜ ਦੇ ਆਗੂ ਹੈ, ਉਹ ਮੇਰੇ ਵਿਰੋਧ ਦੇ ਵਿੱਚ ਹੈ, ਉਹ ਕਤਲ ਕਰ ਸਕਦੇ ਹੈ। ਇਸ ਨੇ ਕੀ ਕੀਤਾ, 21 ਦਸੰਬਰ 1844 ਈਸਵੀ ਨੂੰ 8 ਹਾਥੀ ਬਾਹਰੋਂ ਮੰਗਵਾਏ। 8 ਹਾਥੀਆਂ ਦੇ ਉੱਪਰ ਇਹਨੇ ਲਾਹੌਰ ਦਰਬਾਰ ਦਾ ਖਜ਼ਾਨਾ, ਧਨ ਦੌਲਤ, ਜੋ ਵੀ ਸੋਨਾ ਚਾਂਦੀ, ਜੋ ਵੀ ਕੁਝ ਪਿਆ ਸੀ ਦਰਬਾਰ ਦੇ ਵਿੱਚ, ਉਹ ਸਾਰਾ ਲੱਦ ਲਿਆ। ਇਹਦੀ ਕੋਸ਼ਿਸ਼ ਇਹ ਸੀ ਵੀ ਇਹ ਕਿਸੇ ਤਰੀਕੇ ਨਾਲ ਜੰਮੂ ਪਹੁੰਚਾਇਆ ਜਾਵੇ। ਗੁਲਾਬ ਸਿਉ ਡੋਗਰੇ ਦਾ ਉੱਥੇ ਰਾਜ ਹੈ, ਵੀ ਇਹ ਸਾਰਾ ਖਜ਼ਾਨਾ ਅਸੀਂ ਕਿਸੇ ਤਰੀਕੇ ਨਾਲ ਉੱਥੇ ਪਹੁੰਚਦਾ ਕਰੀਏ। ਮੈਂ ਪਹਿਲਾਂ ਵੀ ਜਦੋਂ ਆਪਾਂ ਇਤਿਹਾਸ ਨੂੰ ਵਿਚਾਰ ਕੇ ਆਇਆ ਜ਼ਿਕਰ ਕੀਤਾ ਸੀ, ਜਦੋਂ ਮਹਾਰਾਜਾ ਸ਼ੇਰ ਸਿੰਘ ਤਖਤ 'ਤੇ ਬੈਠਾ ਹੈ ਤੇ ਮਾਤਾ ਚੰਦ ਕੌਰ ਨੂੰ ਤਖਤ ਤੋਂ ਲਾਹਿਆ ਗਿਆ ਸੀ, ਉਹਨੂੰ 1 ਲੱਖ ਦੀ ਜੰਗੀਰ ਦਿੱਤੀ ਗਈ ਸੀ ਤੇ ਨਾਲ ਜੋ ਵੀ ਉਹਦਾ ਸਮਾਨ ਪਿਆ ਸੀਗਾ, ਸਾਜੋ ਸਮਾਨ, ਗਹਿਣੇ, ਧਨ ਦੌਲਤ, ਪ੍ਰਾਪਰਟੀ, ਉਹ ਸਾਰਾ 30 ਗੱਡਿਆਂ ਦੇ ਵਿੱਚ ਲੱਦ ਕੇ ਗੁਲਾਬ ਸਿਉ ਡੋਗਰਾ ਜੰਮੂ ਲੈ ਗਿਆ ਸੀ, ਕਿਉਂਕਿ ਜੰਗੀਰ ਉੱਥੇ ਦਿੱਤੀ ਗਈ ਸੀਗੀ ਮਾਤਾ ਚੰਦ ਕੌਰ ਨੂੰ। ਕਿੰਨਾ ਜ਼ਿਆਦਾ ਧਨ ਦੌਲਤ, ਤਕਰੀਬਨ ਉਸ ਸਮੇਂ ਦੀ 7-8 ਕਰੋੜ ਦੀ ਸੰਪਤੀ ਸੀ, ਜਿਹੜੇ ਉਹ ਮਾਤਾ ਚੰਦ ਕੌਰ ਦੇ ਵੇਲੇ ਇਹ ਲੁੱਟ ਕੇ ਜੰਮੂ ਲੈ ਗਏ ਤੇ ਉਹ ਕਦੇ ਵੀ ਵਾਪਸ ਨਹੀਂ ਆਈ ਲਾਹੌਰ ਦਰਬਾਰ ਦੇ ਵੱਲ। ਮਾਤਾ ਚੰਦ ਕੌਰ ਦਾ ਕਤਲ ਕਰਵਾ ਦਿੱਤਾ ਗਿਆ ਸੀ, ਗੋਲੀਆਂ ਦੇ ਕੋਲੋਂ ਪੱਥਰ ਮਰਵਾ ਦਿੱਤੇ ਗਏ ਸਨ। ਹੁਣ ਇਹਨੇ ਸੋਚਿਆ ਵੀ ਜਿੰਨਾ ਕੁ ਬਚਦਾ ਇਹ ਵੀ ਆਪਾਂ ਜੰਮੂ ਪਹੁੰਚਦਾ ਕਰੀਏ ਆਪਣੇ ਰਾਜ ਦੇ ਵਿੱਚ। ਇਹ 21 ਦਸੰਬਰ 1844 ਈਸਵੀ ਨੂੰ 8 ਹਾਥੀਆਂ ਦੇ ਉੱਪਰ ਉਹ ਸਾਰਾ ਧਨ ਦੌਲਤ, ਸੋਨਾ ਚਾਂਦੀ ਜੋ ਵੀ ਸੀ ਲਾਹੌਰ ਦਰਬਾਰ ਦੇ ਖਜ਼ਾਨੇ ਦੇ ਵਿੱਚ ਸਾਰਾ ਲੱਦ ਕੇ ਇਹ ਚੱਲ ਪਿਆ ਜੰਮੂ ਦੇ ਵੱਲ। ਨਾਲ ਇਹਦੇ ਫੌਜ ਹੈ ਤੇ ਨਾਲ ਇਹਦਾ ਸਲਾਹਕਾਰ ਪੰਡਿਤ ਜ਼ਿਲ੍ਹਾ ਹੈ। ਜਦੋਂ ਸਿੱਖ ਸਰਦਾਰਾਂ ਨੂੰ ਪਤਾ ਚੱਲਿਆ ਵੀ ਹੀਰਾ ਸਿਉ ਡੋਗਰਾ ਸਾਰਾ ਕੁਝ ਲੁੱਟ ਕੇ ਜੰਮੂ ਜਾ ਰਿਹਾ ਹੈ, ਇਹਦਾ ਪਿੱਛਾ ਕੀਤਾ ਗਿਆ, ਇਸ ਨੂੰ ਘੇਰ ਲਿਆ ਗਿਆ ਰਸਤੇ ਦੇ ਵਿੱਚ ਸਿੱਖ ਸਰਦਾਰਾਂ ਦੇ ਵੱਲੋਂ, ਤੇ ਫੌਜ ਸਿੱਖ ਸਰਦਾਰਾਂ ਦੇ ਕੋਲ ਵੀ ਹੈ, ਇਹਦੇ ਕੋਲ ਵੀ ਹੈ। ਆਖਰ ਉੱਥੇ ਜੰਗ ਹੋਈ ਇੱਕ, ਤੇ ਜੰਗ ਦੇ ਦੌਰਾਨ ਇਹਦੀ ਤਾਕਤ ਘੱਟ ਸੀ, ਬਹੁਤ ਘੱਟ ਫੌਜੀ ਸਨ, ਡੋਗਰਾ ਫੌਜ ਸੀ, ਸਿੱਖ ਸਰਦਾਰ ਪੂਰਾ ਪ੍ਰਬੰਧ ਕਰਕੇ ਗਏ ਸੀ। ਇਹਦੇ ਨਾਲ ਜੰਗ ਹੋਈ, ਉੱਥੇ ਫੌਜ ਦੇ ਬੰਦੇ ਮਾਰੇ ਗਏ ਦੋਵਾਂ ਤਰਫਾਂ ਤੋਂ। ਆਖਰ ਸਿੱਖ ਸਰਦਾਰਾਂ ਦਾ ਪਾਸਾ ਭਾਰੀ ਸੀ, ਉਹਨਾਂ ਨੇ ਪੰਡਿਤ ਜ਼ਿਲ੍ਹਾ ਅਤੇ ਹੀਰਾ ਸਿਉ ਡੋਗਰੇ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਪੰਡਿਤ ਜ਼ਿਲ੍ਹੇ ਨੂੰ ਵੀ ਉੱਥੇ ਹੀ ਕਤਲ ਕੀਤਾ ਗਿਆ 21 ਦਸੰਬਰ 1844 ਈਸਵੀ ਨੂੰ। ਜਦੋਂ ਇਹਦਾ ਕਤਲ ਹੋ ਗਿਆ, ਇਹ ਸਲਾਹਕਾਰ ਸੀ, ਹੀਰਾ ਸਿਉ ਡੋਗਰੇ ਦਾ ਉਸਤਾਦ ਵੀ ਸੀ, ਤੇ ਹੀਰਾ ਸਿਉ ਡੋਗਰਾ ਵੀ ਹੌਸਲਾ ਹਾਰ ਗਿਆ ਵੀ ਮੇਰਾ ਸਲਾਹਕਾਰ ਦਾ ਕਤਲ ਕਰ ਦਿੱਤਾ ਗਿਆ। ਹੀਰਾ ਸਿਉ ਡੋਗਰੇ ਨੂੰ ਵੀ ਕਹਿਆ ਗਿਆ ਵੀ ਵੇਖ, ਤੂੰ ਪਤਾ ਨਹੀਂ ਕਿੰਨੀਆਂ ਕੁ ਜੰਗਾਂ ਬਿਨਾਂ ਰੀਜਨ ਤੋਂ, ਬਿਨਾਂ ਕਾਰਨ ਤੋਂ ਕਰਵਾਈਆਂ, ਤੇ ਕਿੰਨੇ ਹੀ ਮਾਤਾਵਾਂ ਦੇ ਪੁੱਤਰ ਉਹਨਾਂ ਨੇ ਸਿੱਖ ਰਾਜ ਦੀ ਹਿਫਾਜ਼ਤ ਦੇ ਲਈ ਫੌਜ ਦੇ ਵਿੱਚ ਭੇਜੇ, ਲੇਕਿਨ ਜਿਹੜੀਆਂ ਤੂੰ ਜੰਗਾਂ ਕੀਤੀਆਂ ਬਿਨਾਂ ਕਾਰਨ ਤੋਂ, ਉਹ ਜੰਗਾਂ ਦੇ ਵਿੱਚ ਉਹ ਪੁੱਤਰ ਮਾਰੇ ਗਏ, ਤੇ ਉਹਨਾਂ ਮਾਤਾਵਾਂ ਨੇ ਕਿਵੇਂ ਉਸ ਦੁੱਖ ਨੂੰ ਸਹਾਰਿਆ ਹੋਣਾ ਜਿਨ੍ਹਾਂ ਦੇ ਪੁੱਤਰ ਤੂੰ ਬਿਨਾਂ ਕਾਰਨ ਤੋਂ ਜੰਗ ਦੇ ਵਿੱਚ ਜਾ ਕੇ ਮਰਵਾ ਦਿੱਤੇ। ਕਿੰਨੀਆਂ ਭੈਣਾਂ ਹੋਣਗੀਆਂ।
ਕਿਵੇਂ ਤੂੰ ਕਸ਼ਮੀਰਾ ਸਿੰਘ ਆਤਰ ਸਿੰਘ ਸੰਧਾ ਵਾਲੀਆ ਉਹਨਾਂ ਦੇ ਕਤਲ ਕਰਵਾ ਦਿੱਤੇ ਤੇ ਦਰਬਾਰ ਦੇ ਵਿੱਚ ਸਿਰ ਵੱਢ ਕੇ ਲਿਆਂਦੇ। ਜਿਵੇਂ ਤੇਰਾ ਪਿਤਾ ਜਿਸ ਤਰ੍ਹਾਂ ਦੀਆਂ ਚਾਲਾਂ ਚੱਲਦਾ ਰਿਹਾ ਲਾਹੌਰ ਦਰਬਾਰ ਦੇ ਵਿੱਚ, ਉਹਨੇ ਆਪਣੀ ਹੁਸ਼ਿਆਰੀ ਦੇ ਨਾਲ ਕਿੰਨੇ ਕਤਲ ਕਰਵਾਏ, ਉਹੀ ਰਸਤੇ ਤੇ ਤੂੰ ਚੱਲਿਆ। ਤੇ ਹੁਣ ਜੇਕਰ ਤੇਰੇ ਸਾਹਮਣੇ ਮੌਤ ਤੈਨੂੰ ਨਜ਼ਰ ਆ ਰਹੀ ਹੈ ਤੇ ਹੁਣ ਰੋ ਕਿਉਂ ਰਿਹਾ? ਉਹਨਾਂ ਮਾਤਾਵਾਂ ਨੂੰ ਯਾਦ ਕਰ ਜਿਨ੍ਹਾਂ ਦੇ ਪੁੱਤਰ ਮਰਵਾਏ ਹੈ, ਜਿਨ੍ਹਾਂ ਭੈਣਾਂ ਦੇ ਭਰਾ ਮਰਵਾ ਦਿੱਤੇ ਹੈ। ਕਿਵੇਂ ਤੁਸੀਂ ਰਲ ਕੇ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਖਤਮ ਕੀਤਾ। ਇਸ ਤਰ੍ਹਾਂ ਦੇ ਜੋ ਬਚਨ ਹਨ ਸਿੱਖ ਸਰਦਾਰਾਂ ਵੱਲੋਂ ਹੀਰਾ ਸਿੰਘ ਡੋਗਰੇ ਨੂੰ ਕਹੇ ਗਏ ਤੇ ਇਹਦਾ ਵੀ ਕਤਲ ਕਰ ਦਿੱਤਾ ਗਿਆ ਸਰਦਾਰਾਂ ਦੇ ਵੱਲੋਂ, ਇਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੁਣ ਜੇਕਰ ਵੇਖਿਆ ਜਾਵੇ ਡੋਗਰਿਆਂ ਦੇ ਵਿੱਚੋਂ ਕੇਵਲ ਇੱਕ ਬੰਦਾ ਜਿਉਂਦਾ, ਉਹ ਹੈ ਗੁਲਾਬ ਸਿੰਘ ਡੋਗਰਾ ਜੋ ਜੰਮੂ ਦਾ ਬਾਦਸ਼ਾਹ ਹੈ। ਇਹਨਾਂ ਦਾ ਕਤਲ ਹੋ ਗਿਆ, ਫੌਜ ਦੌੜ ਗਈ ਤੇ ਜਿਹੜੇ ਉਹ 8 ਹਾਥੀ ਹਨ ਉਹ ਇਸ ਜੰਗ ਦੇ ਵਿੱਚ ਲਵਾਰਸ ਤੁਰੇ ਫਿਰਦੇ ਆ, ਧਨ ਦੌਲਤ ਉਹਨਾਂ ਦੇ ਉੱਪਰ ਲੱਦਿਆ ਹੋਇਆ ਹੈਗਾ। ਸਿੱਖ ਸਰਦਾਰਾਂ ਨੇ ਉਹ ਹਾਥੀ ਵੀ ਪਕੜ ਲਏ ਤੇ ਵਾਪਸ ਉਹ ਸਾਰਾ ਖਜ਼ਾਨਾ ਲਾਹੌਰ ਦਰਬਾਰ ਦੇ ਵਿੱਚ ਲੈ ਕੇ ਆਏ। ਤੇ ਨਹੀਂ ਇਹਨੇ ਸਾਰਾ ਖਜ਼ਾਨਾ ਲੁੱਟ ਕੇ ਇਹ ਜੰਮੂ ਲੈ ਜਾਂਦਾ ਤੇ ਵਾਪਸ ਕੋਈ ਨਹੀਂ ਸੀ ਆਉਣਾ। ਪਹਿਲਾਂ ਵੀ ਜਿਹੜਾ ਇਹ ਖਜ਼ਾਨਾ ਲੈ ਗਏ ਨਾ ਲੁੱਟ ਕੇ, ਉਹ ਵੀ ਵਾਪਸ ਨਹੀਂ ਆਇਆ ਲਾਹੌਰ ਦਰਬਾਰ ਦੇ ਵਿੱਚ। ਸੋ ਅਗਲੀਆਂ ਵਿਚਾਰਾਂ ਆਪਾਂ ਕੱਲ੍ਹ ਨੂੰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ।